ਹੈਲੋ ਦੋਸਤੋ, ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਦੋਸਤ ਫਤਿਹ ਸਿੰਘ ਲੈ ਕੇ ਆਇਆ ਹਾਂ ਪੰਜਾਬ ਕੋਆਪਰੇਟਿਵ ਇੰਸਪੈਕਟਰ ਅਤੇ ਪੰਜਾਬ ਨਾਇਬ ਤਹਿਸੀਲਦਾਰ ਦੇ ਲਈ ਐਕਸਪੈਕਟਡ MCQs ਦੀ ਸੀਰੀਜ਼। ਇਸ ਸੀਰੀਜ਼ ਵਿੱਚ ਅਸੀਂ ਦੇਖਾਂਗੇ ਇੰਡੀਅਨ ਪੋਲਿਟੀ ਦੇ ਕੁਐਸਚਨਸ। ਲਗਭਗ 500 ਦੇ ਅਰਾਊਂਡ ਮੈਂ MCQs ਕਰਾਂਗਾ ਅਤੇ ਇਹ ਜਿਹੜੇ MCQs ਆ ਕਾਫੀ ਇੰਪੋਰਟੈਂਟ ਆ। ਕਾਫੀ ਸਾਰੇ ਜੋ ਪੁਰਾਣੇ ਐਗਜ਼ਾਮ ਉਹਨਾਂ ਵਿੱਚ ਆ ਚੁੱਕੇ ਆ ਅਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਜੋ ਪੰਜਾਬ ਗੌਰਮੈਂਟ ਦੇ 2 ਐਗਜ਼ਾਮ ਆ ਜਿਹਨੂੰ ਕਿ PPSC ਕੰਡਕਟ ਕਰਵਾ ਰਹੀ ਹੈ, ਜਿਵੇਂ ਕਿ ਪੰਜਾਬ ਨਾਇਬ ਤਹਿਸੀਲਦਾਰ ਦਾ ਐਗਜ਼ਾਮ ਅਤੇ ਪੰਜਾਬ ਕੋਆਪਰੇਟਿਵ ਦਾ ਐਗਜ਼ਾਮ, ਇਹਨਾਂ ਐਗਜ਼ਾਮ ਦੇ ਲਈ ਇਹ ਸੀਰੀਜ਼ ਕਾਫੀ ਇੰਪੋਰਟੈਂਟ ਰੋਲ ਪਲੇ ਕਰ ਸਕਦੀ ਹੈ। ਚਲੋ ਤਾਂ ਸ਼ੁਰੂ ਕਰਦੇ ਹਾਂ। ਹਾਂਜੀ, ਇੱਕ ਹੋਰ ਇੰਪੋਰਟੈਂਟ ਗੱਲ, ਇਹ ਸਾਰੀ ਦੀ ਸਾਰੀ ਸੀਰੀਜ਼ ਆ ਪੰਜਾਬੀ ਵਿੱਚ ਰਹੇਗੀ ਅਤੇ ਜੋ ਇਸਦੇ ਆਨਸਰ ਨੇ ਉਹ ਮੈਂ ਤੁਹਾਨੂੰ ਬੋਲਦਾ ਰਹੂੰਗਾ ਅਤੇ ਤੁਸੀਂ ਕੋਸ਼ਿਸ਼ ਕਰਿਓ ਕਿ ਕੁਐਸਚਨ ਪੜ੍ਹ ਕੇ ਵੀਡੀਓ ਨੂੰ ਪੌਜ਼ ਕਰਕੇ ਖੁਦ ਆਨਸਰ ਸੋਚਿਓ, ਉਸ ਤੋਂ ਬਾਅਦ ਹੀ ਮੈਂ ਆਨਸਰ ਦੇਵਾਂਗਾ। ਠੀਕ ਆ, ਸ਼ੁਰੂ ਕਰਦੇ ਹਾਂ। ਕੁਐਸਚਨ ਨੰਬਰ ਫਸਟ, ਅ ਫੈਡਰਲ ਸਟਰਕਚਰ ਫॉर ਇੰਡੀਆ ਵਾਜ਼ ਫਸਟ ਪੁੱਟ ਫਾਰਵਰਡ ਬਾਏ। ਕਹਿੰਦੇ ਆ ਕਿ ਜਿਹੜਾ ਫੈਡਰਲ ਸਟਰਕਚਰ ਆ ਇੰਡੀਆ ਦੇ ਲਈ ਉਹਨੂੰ ਕਦੋਂ ਪੁੱਟ ਫਾਰਵਰਡ ਕੀਤਾ ਗਿਆ ਫਸਟ ਟਾਈਮ, ਸਭ ਤੋਂ ਪਹਿਲੀ ਵਾਰ ਕਦੋਂ ਇਹਨੂੰ ਸਾਹਮਣੇ ਰੱਖਿਆ ਗਿਆ। ਆਪਸ਼ਨ ਨੰਬਰ ਸਾਡੇ ਕੋਲ ਹੈਗੇ ਆ ਐਕਟ ਆਫ 1909 1909 ਦਾ ਐਕਟ, ਐਕਟ ਆਫ 1919 1919 ਦਾ ਐਕਟ, ਐਕਟ ਆਫ 1935 1935 ਦਾ ਐਕਟ, ਐਕਟ ਆਫ 1947। ਅਤੇ ਇਹਦਾ ਜੋ ਸਹੀ ਆਨਸਰ ਹੈ ਉਹ ਹੈ ਐਕਟ ਆਫ 1935, ਆਪਸ਼ਨ ਨੰਬਰ 3। ਹੁਣ ਸਾਡੇ ਲਈ ਇੰਪੋਰਟੈਂਟ ਹੈ ਕਿ ਫੈਡਰਲ ਸਟਰਕਚਰ ਕੀ ਹੈ। ਫੈਡਰਲ ਸਟਰਕਚਰ ਦਾ ਮਤਲਬ ਹੁੰਦਾ ਜਿੱਥੇ ਸੈਂਟਰ ਦੀ ਇੱਕ ਗੌਰਮੈਂਟ ਹੋਵੇ ਅਤੇ ਦੂਜੀ ਸਟੇਟ ਦੀ ਗੌਰਮੈਂਟ ਹੋਵੇ, ਇਹਨੂੰ ਅਸੀਂ ਕਹਿ ਦਿੰਦੇ ਹਾਂ ਫੈਡਰਲ ਸਟਰਕਚਰ। ਅਤੇ ਇੰਡੀਆ ਕੋਲ ਵੀ ਇੱਕ ਫੈਡਰਲ ਸਟਰਕਚਰ ਹੈ। ਅਤੇ ਜਿਹੜੀਆਂ ਇੰਪੋਰਟੈਂਟ ਗੱਲਾਂ ਮੈਂ ਇੱਦਾਂ ਦੱਸੂੰਗਾ ਉਹਨਾਂ ਨੂੰ ਪਲੀਜ਼ ਨੋਟ ਕਰਦੇ ਰਹੋ, ਤੁਹਾਡੇ ਲਈ ਇਹ ਵੀ ਇੰਪੋਰਟੈਂਟ ਰੋਲ ਪਲੇ ਕਰ ਸਕਦੀਆਂ ਐਗਜ਼ਾਮ ਦੇ ਵਿੱਚ। ਚਲੋ ਕੁਐਸਚਨ ਨੰਬਰ ਦੂਜਾ ਦੇਖਦੇ ਹਾਂ। ਵਿਚ ਆਫ ਦਾ ਫੋਲੋਇੰਗ ਐਕਸਰਸਾਈਜ਼ਡ ਦਾ ਮੋਸਟ ਪ੍ਰੋਫਾਊਂਡਡ ਇਨਫਲੂਐਂਸ ਇਨ ਫਰੇਮਿੰਗ ਦਾ ਇੰਡੀਅਨ ਕੌਂਸਟੀਟਿਊਸ਼ਨ। ਮਤਲਬ ਕਿ ਕਿਹੜਾ ਇੱਦਾਂ ਦਾ ਇਹਨਾਂ ਵਿੱਚੋਂ ਆਪਸ਼ਨ ਹੈ ਜਿਹਦੇ ਨਾਲ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਡੇ ਕੌਂਸਟੀਟਿਊਸ਼ਨ ਨੂੰ ਸਭ ਤੋਂ ਵੱਧ ਪ੍ਰਭਾਵਿਤ ਕੀਤਾ ਬਣਨ ਦੇ ਵਿੱਚ। ਮਤਲਬ ਸਭ ਤੋਂ ਵੱਧ ਕਿਸ ਚੀਜ਼ ਦਾ ਪਾਰਟ ਆ ਸਾਡੇ ਇੰਡੀਅਨ ਕੌਂਸਟੀਟਿਊਸ਼ਨ ਦੇ ਵਿੱਚ। ਸਭ ਤੋਂ ਪਹਿਲਾਂ ਹੈਗਾ ਬ੍ਰਿਟਿਸ਼ ਕੌਂਸਟੀਟਿਊਸ਼ਨ, ਮਤਲਬ ਅਸੀਂ ਬ੍ਰਿਟਿਸ਼ ਕੌਂਸਟੀਟਿਊਸ਼ਨ ਤੋਂ ਕਾਫੀ ਕੁਛ ਲਿਆ ਆ। ਸੈਕਿੰਡ ਆਪਸ਼ਨ ਸਾਡੇ ਕੋਲ USA ਦਾ ਕੌਂਸਟੀਟਿਊਸ਼ਨ। ਥਰਡ ਆਪਸ਼ਨ ਹੈ ਆਇਰਿਸ਼ ਕੌਂਸਟੀਟਿਊਸ਼ਨ। ਫੋਰਥ ਆਪਸ਼ਨ ਹੈ ਦਾ ਗੌਰਮੈਂਟ ਆਫ ਇੰਡੀਆ ਐਕਟ 1935 ਅਤੇ ਇਹਦਾ ਜੋ ਆਨਸਰ ਹੈ ਹੋਏਗਾ ਗੌਰਮੈਂਟ ਆਫ ਇੰਡੀਆ ਐਕਟ 1935, ਆਪਸ਼ਨ ਨੰਬਰ ਚੌਥਾ ਸਾਡਾ ਸਹੀ ਆਨਸਰ ਹੈ। ਚਲੋ ਅੱਗੇ ਚਲते हैं। ਫਿਰ ਸਾਡੇ ਕੋਲ ਹੈਗਾ ਕੁਐਸਚਨ ਨੰਬਰ ਥਰਡ। ਕੁਐਸਚਨ ਨੰਬਰ ਥਰਡ, ਹਾਊ ਡਜ਼ ਦਾ ਕੌਂਸਟੀਟਿਊਸ਼ਨ ਆਫ ਇੰਡੀਆ ਡਿਸਕ੍ਰਾਈਬ ਇੰਡੀਆ ਐਜ਼। ਕਹਿੰਦੇ ਵੀ ਜਿਹੜਾ ਕੌਂਸਟੀਟਿਊਸ਼ਨ ਆਫ ਇੰਡੀਆ ਆ ਉਹਨੇ ਕਿਵੇਂ ਦੱਸਿਆ ਕਿ ਇੰਡੀਆ ਕਿੱਦਾਂ ਦਾ ਆ। ਆਪਸ਼ਨ ਨੰਬਰ ਪਹਿਲਾ ਹੈਗਾ ਅ ਫੈਡਰੇਸ਼ਨ ਆਫ ਸਟੇਟਸ ਐਂਡ ਯੂਨੀਅਨ ਟੈਰੀਟਰੀਜ਼। ਆਪਸ਼ਨ ਨੰਬਰ 2 ਸਾਡੇ ਕੋਲ ਹੈ ਯੂਨੀਅਨ ਆਫ ਸਟੇਟਸ। ਆਪਸ਼ਨ ਨੰਬਰ ਤੀਜਾ ਹੈਗਾ ਭਾਰਤ ਵਰਸ਼। ਆਪਸ਼ਨ ਨੰਬਰ 4 ਆ ਫੈਡਰਲ ਨੇਸ਼ਨ। ਤਾਂ ਇਹਦਾ ਸਹੀ ਆਨਸਰ ਹੈਗਾ ਆਪਸ਼ਨ ਨੰਬਰ 2 ਯੂਨੀਅਨ ਆਫ ਸਟੇਟਸ। ਇਹ ਜਿਹੜੀ ਗੱਲ ਕੀਤੀ ਗਈ ਆ, ਜਿਹੜੀ ਆ ਮੈਂ ਤੁਹਾਨੂੰ ਦੱਸ ਕੇ ਹਟਿਆ ਆ, ਇਹ ਕੌਂਸਟੀਟਿਊਸ਼ਨ ਦੇ ਆਰਟੀਕਲ 1 ਵਿੱਚ ਦੱਸਿਆ ਗਿਆ। ਠੀਕ ਆ, ਅਤੇ 1 ਦੇ ਵਿੱਚ ਇਹ ਵੀ ਦੱਸਿਆ ਗਿਆ ਆ ਕਿ ਇੰਡੀਆ ਦਾ ਨਾਮ ਵੀ ਇੰਡੀਆ ਆ। ਉੱਥੇ ਕੀ ਲਿਖਿਆ ਗਿਆ ਇੱਕ ਵਾਰ ਨੋਟ ਕਰ ਲਿਓ। ਆਰਟੀਕਲ 1 ਦੇ ਵਿੱਚ ਲਿਖਿਆ ਗਿਆ ਇੰਡੀਆ ਦੈਟ ਇਜ਼ ਭਾਰਤ ਇਜ਼ ਆ ਯੂਨੀਅਨ ਆਫ ਸਟੇਟ। ਇੰਨੀ ਲਾਈਨ ਲਿਖੀ ਗਈ ਆ ਆਰਟੀਕਲ 1 ਦੇ ਵਿੱਚ। ਚਲੋ ਕੁਐਸਚਨ ਨੰਬਰ ਚੌਥਾ ਦੇਖਦੇ ਹਾਂ ਜੀ। ਦਾ ਸਿਸਟਮ ਆਫ ਜੁਡੀਸ਼ੀਅਲ ਰਿਵਿਊ ਓਰੀਜੀਨੇਟਡ ਇਨ। ਜਿਹੜਾ ਜੁਡੀਸ਼ੀਅਲ ਸਿਸਟਮ ਦਾ ਜੁਡੀਸ਼ੀਅਲ ਰਿਵਿਊ ਦਾ ਸਿਸਟਮ ਆ, ਅਸੀਂ ਕਿੱਥੋਂ ਇਹਨੂੰ ਓਰੀਜੀਨੇਟ ਕੀਤਾ। ਸਾਡੇ ਕੋਲ ਆਪਸ਼ਨ ਹੈਗਾ ਇੰਡੀਆ, ਆਪਸ਼ਨ ਨੰਬਰ 1 ਸਾਡੇ ਕੌਂਸਟੀਟਿਊਸ਼ਨ ਦੇ ਵਿੱਚ ਆ, ਤਾਂ ਓਬਵੀਅਸ ਅਸੀਂ ਇੰਡੀਆ ਤੋਂ ਤਾਂ ਨਹੀਂ ਇਹਨੂੰ ਬੋਰੋ ਕੀਤਾ ਹੋਊਗਾ। ਦੂਜੇ ਨੰਬਰ 'ਤੇ ਹੈਗਾ ਜਰਮਨੀ, ਤੀਜੇ ਨੰਬਰ 'ਤੇ ਹੈਗਾ ਰਸ਼ੀਆ, ਚੌਥੇ ਨੰਬਰ 'ਤੇ ਹੈਗਾ USA। ਇਹਦਾ ਜਿਹੜਾ ਸਹੀ ਆਨਸਰ ਹੈ ਉਹ ਹੈ USA, ਆਪਸ਼ਨ ਨੰਬਰ 4। USA ਤੋਂ ਅਸੀਂ ਜੁਡੀਸ਼ੀਅਲ ਰਿਵਿਊ ਨੂੰ ਬੋਰੋ ਕੀਤਾ। ਹੋਰ 1-2 ਇੰਪੋਰਟੈਂਟ ਗੱਲਾਂ ਜਿਹੜੀਆਂ ਅਸੀਂ USA ਤੋਂ ਬੋਰੋ ਕੀਤੀਆਂ ਨੋਟ ਕਰ ਲਓ ਪਲੀਜ਼, ਜਿਵੇਂ ਕਿ ਫੰਡਾਮੈਂਟਲ ਰਾਈਟ ਹੋ ਗਏ, ਪੋਸਟ ਆਫ ਵਾਈਸ ਪ੍ਰੈਜ਼ੀਡੈਂਟ ਹੋ ਗਈ, ਰਿਮੂਵਲ ਆਫ ਸੁਪਰੀਮ ਕੋਰਟ ਐਂਡ ਹਾਈ ਕੋਰਟ ਜੱਜਿਸ ਹੋ ਗਿਆ, ਇੰਪੀਚਮੈਂਟ ਆਫ ਪ੍ਰੈਜ਼ੀਡੈਂਟ। ਇਹ ਸਾਰੇ ਦੇ ਸਾਰੇ ਪਾਰਟ ਅਸੀਂ USA ਤੋਂ ਹੀ ਬੋਰੋ ਕੀਤੇ ਆ। ਇੱਦਾਂ ਦੇ ਕੁਐਸਚਨ ਵੀ ਬਣ ਜਾਂਦੇ ਆ, ਇਹਨਾਂ ਨੂੰ ਯਾਦ ਕਰ ਲਿਓ। ਕੁਐਸਚਨ ਨੰਬਰ 5ਵਾਂ, 5th, ਪ੍ਰੀਵੈਂਟਿਵ ਡਿਟੈਂਸ਼ਨ ਮੀਨਸ। ਕਹਿੰਦੇ ਜਿਹੜੀ ਪ੍ਰੀਵੈਂਟਿਵ ਡਿਟੈਂਸ਼ਨ ਆ ਉਹਦਾ ਕੀ ਮਤਲਬ ਆ। ਜੇ ਤੁਸੀਂ ਪ੍ਰੀਵੈਂਟਿਵ ਡਿਟੈਂਸ਼ਨ ਬਾਰੇ ਪੜ੍ਹਨਾ ਤਾਂ ਫੰਡਾਮੈਂਟਲ ਰਾਈਟ ਦਾ ਆਰਟੀਕਲ 22 ਰੀਡ ਕਰ ਲਿਓ, ਉਹਦੇ ਵਿੱਚ ਪ੍ਰੀਵੈਂਟਿਵ ਡਿਟੈਂਸ਼ਨ ਬਾਰੇ ਗੱਲ ਕੀਤੀ ਗਈ ਹੈ। ਅਤੇ ਪ੍ਰੀਵੈਂਟਿਵ ਡਿਟੈਂਸ਼ਨ ਦਾ ਮਤਲਬ ਕੀ ਆ, ਸਾਨੂੰ ਇਹ ਪੁੱਛਿਆ ਗਿਆ ਆ। ਆਪਸ਼ਨ ਦੇਖਦੇ ਹਾਂ ਆਪਾਂ। ਪਹਿਲਾ ਆਪਸ਼ਨ ਹੈਗਾ ਡਿਟੈਂਸ਼ਨ ਫॉर ਇੰਟੈਰੋਗੇਸ਼ਨ। ਦੂਜਾ ਆਪਸ਼ਨ ਹੈ ਡਿਟੈਂਸ਼ਨ ਆਫਟਰ ਇੰਟੈਰੋਗੇਸ਼ਨ। ਤੀਜਾ ਆਪਸ਼ਨ ਆ ਡਿਟੈਂਸ਼ਨ ਵਿਦਾਊਟ ਇੰਟੈਰੋਗੇਸ਼ਨ। ਚੌਥਾ ਆਪਸ਼ਨ ਆ ਡਿਟੈਂਸ਼ਨ ਫॉर ਕੋਗਨਾਈਜ਼ੇਬਲ ਆਫੈਂਸ। ਤਾਂ ਇਹਦਾ ਸਹੀ ਆਨਸਰ ਇਹ ਹੋਗਾ ਆਪਸ਼ਨ ਨੰਬਰ 3 ਡਿਟੈਂਸ਼ਨ ਵਿਦਾਊਟ ਇੰਟੈਰੋਗੇਸ਼ਨ। ਪ੍ਰੀਵੈਂਟਿਵ ਦੇਖੋ, ਪ੍ਰੀਵੈਂਟ ਕਰਨਾ
मतलब ਅਸੀਂ ਕੋਈ ਇੱਦਾਂ ਦਾ ਇਸ ਕੰਮ ਲਈ ਉਹਨੂੰ ਡਿਟੇਨ ਕਰਨਾ ਕਿਸੇ ਇਨਸਾਨ ਨੂੰ ਜਿਹਦੇ ਨਾਲ ਅਸੀਂ ਜੁਰਮ ਨੂੰ ਡਿਟੇਨ ਪ੍ਰੀਵੈਂਟ ਕਰ ਸਕੀਏ, ਜ਼ੁਲਮ ਹੋਣ ਤੋਂ ਪਹਿਲਾਂ ਅਸੀਂ ਉਹਨੂੰ ਫੜ ਲਈਏ। ਤਾਂ ਓਬਵੀਅਸ ਆ ਜੇ ਉਹਨੂੰ ਜ਼ੁਲਮ ਹੋਇਆ ਹੀ ਨਹੀਂ ਤਾਂ ਉਹਨੂੰ ਅਸੀਂ ਇੰਟੈਰੋਗੇਟ ਕਿਉਂ ਕਰਾਂਗੇ। ਤਾਂ ਆਪਸ਼ਨ ਨੰਬਰ ਤੀਜਾ ਕੀ ਸਾਡਾ ਕਰੈਕਟ ਆਂਸਰ ਆ। ਕੁਐਸਚਨ ਨੰਬਰ 6, which was the basis for constituting the constituent assembly of India। मतलब किस बेस ਤੇ ਅਸੀਂ ਇੰਡੀਆ ਦੇ ਵਿੱਚ ਜਿਹੜੀ constituent assembly ਉਹ ਬਣਾਈ ਆ, ਕਿਹੜਾ ਉਹਦਾ ਬੇਸ ਸੀਗਾ। ਸਾਡੇ ਕੋਲ ਆਪਸ਼ਨ ਹੈਗਾ ਦ ਰੈਜ਼ੋਲੂਸ਼ਨ ਆਫ ਇੰਡੀਅਨ ਨੈਸ਼ਨਲ ਕਾਂਗਰਸ, ਪਹਿਲਾ ਆਪਸ਼ਨ ਆ। ਦੂਜਾ ਆਪਸ਼ਨ ਆ ਦ ਕੈਬਨਿਟ ਮਿਸ਼ਨ ਪਲਾਨ 1946। ਤੀਜਾ ਆਪਸ਼ਨ ਆ ਦ ਇੰਡੀਅਨ ਇੰਡੀਪੈਂਡੈਂਸ ਐਕਟ 1947। ਚੌਥਾ ਆਪਸ਼ਨ ਆ ਦ ਰੈਜ਼ੋਲੂਸ਼ਨ ਆਫ ਪ੍ਰੋਵਿੰਸ ਓਬਲਿਕ ਸਟੇਟ ਲੈਜਿਸਲੇਚਰ ਆਫ ਡੋਮੀਨੀਅਨ ਆਫ ਸਟੇਟ। ਚੌਥਾ ਤਾਂ ਕਾਫੀ ਸਾਡੇ ਕੋਲ ਲੈਂਥੀ 'ਚ ਆਪਸ਼ਨ ਆ। ਜਿਹੜਾ ਇਹਦਾ ਸਹੀ ਆਨਸਰ ਉਹ ਹੈਗਾ ਸਾਡੇ ਕੋਲ ਆਪਸ਼ਨ ਨੰਬਰ 2 ਦ ਕੈਬਨਿਟ ਮਿਸ਼ਨ ਪਲਾਨ 1946। ਹਾਂਜੀ, 9 ਦਸੰਬਰ ਨੂੰ ਪਹਿਲੀ ਮੀਟਿੰਗ ਹੋਈ ਸੀਗੀ ਕੌਂਸਟੀਟਿਊਐਂਟ ਅਸੈਂਬਲੀ ਦੀ 1946 ਦੇ ਵਿੱਚ। ਉਦੋਂ ਇਹਨਾਂ ਨੇ ਜਿਹੜਾ ਸਾਡਾ ਕੌਂਸਟੀਟਿਊਸ਼ਨ ਉਹਨੂੰ ਬਣਾਉਣਾ ਸਟਾਰਟ ਕੀਤਾ ਅਤੇ 26 ਨਵੰਬਰ 1949 'ਚ ਇਹ ਸੰਵਿਧਾਨ ਬਣ ਕੇ ਸਾਡਾ ਤਿਆਰ ਹੋ ਗਿਆ ਸੀਗਾ। ਅਤੇ 26 ਜਨਵਰੀ 1950 ਨੂੰ ਅਸੀਂ ਇਹਨੂੰ ਇੰਪਲੀਮੈਂਟ ਕਰ ਦਿੱਤਾ ਸੀਗਾ। ਇਹ ਦੋ ਕਾਫੀ ਇੰਪੋਰਟੈਂਟ ਡੇਟਸ ਆ। 26 ਨਵੰਬਰ ਮਤਲਬ ਇਹਦੀ ਅਡੋਪਟੇਸ਼ਨ ਡੇਟ ਅਤੇ 26 ਜਨਵਰੀ ਇਹਦੀ ਹੈਗੀ ਆ ਕਮੈਂਸਮੈਂਟ ਡੇਟ, ਯਾਦ ਰੱਖਿਓ, ਠੀਕ ਆ। ਇਹ ਜਿਹੜਾ 2 ਮਹੀਨੇ ਦਾ ਡਿਫਰੈਂਸ ਆਇਆ ਆ ਇਹਨੂੰ ਅਡੋਪਟ ਕਰਨ ਤੋਂ ਬਾਅਦ ਇੰਪਲੀਮੈਂਟੇਸ਼ਨ ਦੇ ਲਈ, ਇਹਦੇ ਪਿੱਛੇ ਇੱਕ ਹਿਸਟੋਰੀਕਲ ਰੀਜ਼ਨ ਆ। ਇਹ ਵੀ ਕੁਐਸਚਨ ਕਈ ਵਾਰੀ ਬਣ ਜਾਂਦੇ, ਇਹਨੂੰ ਪਲੀਜ਼ ਨੋਟ ਕਰ ਲਿਓ। ਇਹਦਾ ਰੀਜ਼ਨ ਆ ਕਿ ਇੱਕ ਪੂਰਨ ਸਵਰਾਜ ਦੀ ਗੱਲ ਹੋਈ ਸੀਗੀ 1930 ਦੇ ਵਿੱਚ, 1930 ਦੇ ਵਿੱਚ ਅਸੀਂ ਪੂਰਨ ਸਵਰਾਜ ਦਾ ਦਿਵਸ ਸੈਲੀਬ੍ਰੇਟ ਕੀਤਾ ਸੀਗਾ 26 ਜਨਵਰੀ 1930 ਨੂੰ। ਇਸ ਕਰਕੇ 26 ਜਨਵਰੀ ਦੀ ਡੇਟ ਨੂੰ ਇਤਿਹਾਸਕ ਬਣਾਉਣ ਦੇ ਲਈ ਹੀ ਅਸੀਂ 2 ਮਹੀਨੇ ਦਾ ਇੰਤਜ਼ਾਰ ਕੀਤਾ ਸੀਗਾ ਆਪਣੇ ਕੌਂਸਟੀਟਿਊਸ਼ਨ ਨੂੰ ਇੰਪਲੀਮੈਂਟ ਕਰਨ ਦੇ ਲਈ, ਠੀਕ ਹੈ। ਉਮੀਦ ਆ ਤੁਹਾਨੂੰ ਇਹ ਚੀਜ਼ਾਂ ਕਲੀਅਰ ਹੋਣਗੀਆਂ। ਚਲੋ ਜੀ ਅੱਗੇ ਚੱਲਦੇ ਹਾਂ। ਕੁਐਸਚਨ ਨੰਬਰ 7, ਫਰੋਮ ਦ ਕੌਂਸਟੀਟਿਊਸ਼ਨ ਆਫ ਵਿਚ ਕੰਟਰੀ ਦ ਪ੍ਰੋਵੀਜ਼ਨ ਆਫ ਫੈਡਰੇਸ਼ਨ ਵਾਜ਼ ਬੋਰੋਡ ਵਾਈਲ ਫਰੇਮਿੰਗ ਦ ਕੌਂਸਟੀਟਿਊਸ਼ਨ ਆਫ ਇੰਡੀਆ। ਕਹਿੰਦੇ ਜਦੋਂ ਅਸੀਂ ਇੰਡੀਆ ਦਾ ਕੌਂਸਟੀਟਿਊਸ਼ਨ ਬਣਾ ਰਹੇ ਸੀ ਤਾਂ ਉਦੋਂ ਅਸੀਂ ਜਿਹੜਾ ਫੈਡਰੇਸ਼ਨ ਵਾਲਾ ਪ੍ਰੋਵੀਜ਼ਨ ਉਹ ਕਿੱਥੋਂ ਬੋਰੋ ਕਰਿਆ ਸੀਗਾ। ਆਪਸ਼ਨ ਸਾਡੇ ਕੋਲ ਹੈਗਾ ਯੂ ਐਸ ਏ ਬਾਰੇ ਮੈਂ ਦੱਸ ਚੁੱਕਿਆ ਸੀ ਕਿੰਨਾ ਕੁਛ ਬੋਰੋ ਕੀਤਾ। ਉਹ ਤੋਂ ਬਾਅਦ UK, ਕੈਨੇਡਾ ਅਤੇ ਸਵਿਟਜ਼ਰਲੈਂਡ। ਇਹਦਾ ਜਿਹੜਾ ਆਨਸਰ ਹੈਗਾ ਉਹ ਹੈਗਾ ਸਾਡੇ ਕੋਲ ਕੈਨੇਡਾ, ਅਤੇ ਕੈਨੇਡਾ ਦੇ ਵਿੱਚੋਂ ਹੀ ਅਸੀਂ ਪ੍ਰੋਵੀਜ਼ਨ ਆਫ ਫੈਡਰੇਸ਼ਨ ਨੂੰ ਅਡੋਪਟ ਕੀਤਾ ਸੀਗਾ। ਕੈਨੇਡਾ ਤੋਂ ਹੋਰ ਕੀ ਬੋਰੋ ਕੀਤਾ ਉਹ ਵੀ ਨੋਟ ਕਰ ਲਓ। ਇੱਕ ਤਾਂ ਸਾਡੇ ਕੋਲ ਸੀਗਾ ਜੀ ਅਪੋਇੰਟਮੈਂਟ ਆਫ ਗਵਰਨਰ, ਜਿਹੜਾ ਸੈਂਟਰ ਦੇ ਦੁਆਰਾ ਗਵਰਨਰ ਨੂੰ ਅਪੋਇੰਟ ਕੀਤਾ ਜਾਂਦਾ, ਉਹ ਵੀ ਅਸੀਂ ਇੱਥੋਂ ਬੋਰੋ ਕੀਤਾ ਸੀਗਾ। ਜਿਹੜੀਆਂ ਸਾਡੀਆਂ ਰੈਜ਼ੀਡਿਊਰੀ ਪਾਵਰਸ ਆ ਉਹ ਸੈਂਟਰ ਕੋਲ ਰਹਿਣਗੀਆਂ, ਉਹ ਵੀ ਅਸੀਂ ਕੈਨੇਡਾ ਕੋਲੋਂ ਹੀ ਬੋਰੋ ਕੀਤਾ ਸੀਗਾ। ਅਤੇ ਤੀਜੀ ਸਾਡੇ ਕੋਲ ਗੱਲ ਹੈਗੀ ਆ ਪ੍ਰੋਵੀਜ਼ਨ ਆਫ ਫੈਡਰੇਸ਼ਨ, ਠੀਕ ਆ। ਚਲੋ ਨੈਕਸਟ ਕੁਐਸਚਨ ਆ ਕੁਐਸਚਨ ਨੰਬਰ 8, who among the following was not a member of the constituent assembly established in July 1946। ਹਾਂਜੀ, ਜਿਹੜੀ ਕੌਂਸਟੀਟਿਊਐਂਟ ਅਸੈਂਬਲੀ ਆ ਉਹ 1946 ਦੇ ਵਿੱਚ ਬਣੀ ਆ। ਜਿਵੇਂ ਮੈਂ ਲਾਸਟ ਸਲਾਈਡ ਦੇ ਵਿੱਚ ਦੱਸਿਆ ਕਿ 9 ਦਸੰਬਰ ਨੂੰ ਇਹਦੀ ਫਸਟ ਮੀਟਿੰਗ ਹੋਈ ਸੀਗੀ ਅਤੇ ਇਹਨੂੰ ਬਣਾਇਆ ਗਿਆ ਸੀਗਾ ਕੈਬਨਿਟ ਮਿਸ਼ਨ ਪਲਾਨ, ਸੌਰੀ ਇੱਥੇ 1946 ਆਊਗਾ, 1946 'ਚ ਅਤੇ ਇਹਨੂੰ ਬਣਾਇਆ ਸੀਗਾ ਕੈਬਨਿਟ ਮਿਸ਼ਨ ਪਲਾਨ ਦੇ ਅੰਦਰ, ਜਿਹੜਾ ਕਿ 1946 'ਚ ਆਇਆ ਸੀਗਾ। ਇਹ ਕਾਫੀ ਇੰਪੋਰਟੈਂਟ ਏਰੀਆ, ਇੱਥੋਂ ਕੁਐਸਚਨ ਬਣ ਜਾਂਦਾ। ਅਤੇ ਹੁਣ ਪੁੱਛ ਕੀ ਰਿਹਾ ਕਿ ਇਹਨਾਂ ਵਿੱਚੋਂ ਕਿਹੜਾ ਇਨਸਾਨ ਇੱਦਾਂ ਦਾ ਸੀਗਾ ਜਿਹੜਾ ਕਿ ਇਹਦਾ ਮੈਂਬਰ ਨਹੀਂ ਸੀਗਾ। ਦੇਖੋ ਸਾਡੇ ਕੋਲ ਮਹਾਤਮਾ ਗਾਂਧੀ ਜੀ, ਸਾਡੀ ਜਿਹੜੀ ਕਾਫੀ ਫਾਦਰ ਆਫ ਨੇਸ਼ਨ ਅਸੀਂ ਕਹਿੰਦੇ ਹਾਂ, ਇਹ ਇਸ ਸਭਾ ਦੇ ਮੈਂਬਰ ਨਹੀਂ ਸੀਗੇ। ਅਤੇ ਜਿਹੜੇ ਸਾਡੇ ਕੋਲ ਆਨਸਰ ਸਾਡਾ ਆਪਸ਼ਨ ਨੰਬਰ 3 ਹੋ ਗਿਆ ਜੀ। ਅਤੇ ਜਿਹੜੇ ਰਾਜਿੰਦਰ ਪ੍ਰਸਾਦ ਜੀ ਆ, ਇਹ ਸਾਡੀ ਇਸ ਜਿਹੜੀ ਕੌਂਸਟੀਟਿਊਐਂਟ ਅਸੈਂਬਲੀ ਆ ਇਹਦੇ ਪ੍ਰੈਜ਼ੀਡੈਂਟ ਸੀਗੇ। ਇਹ ਵੀ ਤੁਸੀਂ ਯਾਦ ਰੱਖਦੇ ਹੋ। ਔਰ ਕਿਤੇ ਤੁਹਾਨੂੰ ਇਹਦਾ ਚੇਅਰਮੈਨ ਵੀ ਲਿਖਿਆ ਮਿਲ ਸਕਦਾ, ਦੋਨਾਂ ਦਾ ਆਨਸਰ ਸੇਮ ਹੀ ਹੋਊਗਾ। ਚੇਅਰਮੈਨ ਔਰ ਪ੍ਰੈਜ਼ੀਡੈਂਟ ਉਹ ਸੀਗੇ ਡਾਕਟਰ ਰਾਜਿੰਦਰ ਪ੍ਰਸਾਦ, ਇਹ ਪਰਮਾਨੈਂਟ ਸੀਗੇ, ਜਿਹੜੇ ਪਰਮਾਨੈਂਟ ਚੇਅਰਮੈਨ। ਇੱਕ ਕਈ ਵਾਰੀ ਕੁਐਸਚਨ ਆ ਜਾਂਦਾ ਕਿ ਕੌਣ ਟੈਂਪਰੇਰੀ ਚੇਅਰਮੈਨ ਸੀਗੇ, ਤਾਂ ਟੈਂਪਰੇਰੀ ਸੀਗੇ, ਨੋਟ ਕਰ ਲਓ ਪਲੀਜ਼, ਡਾਕਟਰ ਸਚਿਦਾਨੰਦ ਸਿਨਹਾ। ਚਲੋ ਅੱਗੇ ਚੱਲਦੇ ਹਾਂ। ਕੁਐਸਚਨ ਨੰਬਰ 9, ਹੂ ਵਾਜ਼ ਦ ਚੇਅਰਮੈਨ ਆਫ ਡਰਾਫਟਿੰਗ ਕਮੇਟੀ ਆਫ ਦ ਕੌਂਸਟੀਟਿਊਸ਼ਨ। ਜਿਹੜੀ ਸਾਡੀ ਕੌਂਸਟੀਟਿਊਸ਼ਨ ਅਸੈਂਬਲੀ ਬਣੀ ਸੀਗੀ ਉਹਦੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ ਕੌਣ ਸੀਗੇ, ਇਹ ਸਟਾਰ ਮਾਰਕ ਕਰ ਲਓ, ਬਹੁਤ ਇੰਪੋਰਟੈਂਟ ਕੁਐਸਚਨ ਆ, ਬਹੁਤ ਵਾਰ ਪੁੱਛਿਆ ਗਿਆ। ਆਪਸ਼ਨ ਨੰਬਰ ਫਸਟ ਹੈਗਾ ਸਾਡੇ ਕੋਲ JB ਕ੍ਰਿਪਲਾਨੀ, ਆਪਸ਼ਨ ਨੰਬਰ ਸੈਕਿੰਡ ਹੈਗਾ ਰਾਜਿੰਦਰ ਪ੍ਰਸਾਦ, ਆਪਸ਼ਨ ਨੰਬਰ 3 ਹੈਗਾ ਜਵਾਹਰ ਲਾਲ ਨਹਿਰੂ, ਅਤੇ ਆਪਸ਼ਨ ਨੰਬਰ 4 ਹੈ ਸਾਡੇ ਕੋਲ ਡਾਕਟਰ BR ਅੰਬੇਦਕਰ। ਅਤੇ ਜਿਹੜਾ ਦਾ ਸਹੀ ਆਨਸਰ ਹੋਏਗਾ ਡਾਕਟਰ BR ਅੰਬੇਦਕਰ, ਯਾਦ ਰੱਖਿਓ, ਬਹੁਤ ਇੰਪੋਰਟੈਂਟ ਕੁਐਸਚਨ ਆ।
क्वेश्चन नंबर 10, इंडिया इज़ रिपब्लिक बिकॉज, कहते इंडिया एक रिपब्लिक कंट्री है क्यों? इंडिया इज़ अ डेमोक्रेटिक कंट्री, नहीं जी रिपब्लिक तो डेमोक्रेटिक दोनों अलग अलग चीज़ां होंदियां। इंडिया इज़ अ पार्लीमेंटरी डेमोक्रेसी, ये भी दोनों चीज़ां अलग अलग होंदियां। द हैड ऑफ स्टेट इज़ इलैक्टेड फॉर अ डेफिनेट टाइम पीरियड एंड ऑल ऑफ अबव, ऑल ऑफ दीज। ਇਹਦਾ ਜੋ ਸਹੀ ਆਨਸਰ ਹੈ, ਦੇਖੋ ਰਿਪਬਲਿਕ ਦਾ ਮਤਲਬ ਹੁੰਦਾ ਆ ਕਿ ਇੱਦਾਂ ਦੀ ਸਟੇਟ, ਸਟੇਟ ਦਾ ਮਤਲਬ ਇੱਥੇ ਜਿਵੇਂ ਪੰਜਾਬ ਹਰਿਆਣਾ ਹਿਮਾਚਲ ਨਹੀਂ, ਇੱਥੇ ਸਟੇਟ ਦਾ ਮਤਲਬ ਹੈ ਇੰਡੀਆ ਕੰਟਰੀ, ਅਤੇ ਜਿਹਦਾ ਹੈੱਡ ਇਲੈਕਟਡ ਹੁੰਦਾ ਜਿਵੇਂ ਕਿ ਸਾਡੇ ਪ੍ਰੈਜ਼ੀਡੈਂਟ ਇਲੈਕਟਡ ਨੇ, ਇਸ ਕਰਕੇ ਹੀ ਸਾਡੀ ਸਟੇਟ ਰਿਪਬਲਿਕ ਆ। ਅਤੇ ਆਪਸ਼ਨ ਨੰਬਰ ਤੀਜਾ ਇਹਦਾ ਕਰੈਕਟ ਆਨਸਰ ਹੋਇਆ। ਠੀਕ ਹੈ ਜੀ, ਚਲੋ ਅੱਗੇ ਚੱਲਦੇ ਹਾਂ। ਕੁਐਸਚਨ ਨੰਬਰ 11, who was the constitutional advisor of the constituent assembly of India? ਜਦੋਂ ਸਾਡੀ ਅਸੈਂਬਲੀ ਬਣ ਰਹੀ ਸੀਗੀ, ਕੌਂਸਟੀਟਿਊਸ਼ਨ ਅਸੈਂਬਲੀ ਬਣੀ ਆ, ਉਹਦੇ ਐਡਵਾਈਜ਼ਰ ਕੌਣ ਸੀਗੇ? ਕੁਐਸਚਨ ਬਹੁਤ ਇੰਪੋਰਟੈਂਟ ਆ। ਆਪਸ਼ਨ ਨੰਬਰ ਫਸਟ ਸਾਡੇ ਕੋਲ ਹੋਗਾ ਡਾਕਟਰ ਰਾਜਿੰਦਰ ਪ੍ਰਸਾਦ, ਤੁਹਾਨੂੰ ਪਤਾ ਜੀ ਇਹ ਕੌਣ ਸੀਗੇ, ਇਹਦੇ ਚੇਅਰਮੈਨ। ਡਾਕਟਰ BR ਅੰਬੇਦਕਰ, ਇਹ ਸੀਗੇ ਡਰਾਫਟਿੰਗ ਕਮੇਟੀ ਦੇ ਚੇਅਰਮੈਨ। BN ਰਾਓ, ਇਹ ਇੰਪੋਰਟੈਂਟ ਆ ਅਤੇ ਇਹ ਇਹਦਾ ਸਹੀ ਆਨਸਰ ਹੈ। ਹਾਂਜੀ, BN ਰਾਓ ਸੀਗੇ ਉਹ ਇਨਸਾਨ ਜੋ ਕਿ ਐਡਵਾਈਜ਼ਰ ਸੀਗੇ। ਇੱਕ ਹੋਰ ਸਾਡੇ ਕੋਲ ਨਾਮ ਹੈਗਾ ਜੀ MN ਰॉय। MN ਰॉय ਉਹ ਇਨਸਾਨ ਸੀਗੇ ਜਿਨ੍ਹਾਂ ਨੇ ਇਸ ਅਸੈਂਬਲੀ ਦੀ ਸਭ ਤੋਂ ਪਹਿਲਾਂ ਡਿਮਾਂਡ ਰੱਖੀ ਸੀਗੀ 1934 ਦੇ ਵਿੱਚ। ਇਹ ਦੋ ਨਾਮਾਂ ਇਹਨਾਂ ਨੂੰ ਕਨਫਿਊਜ਼ ਨਾ ਕਰਨਾ, BN ਰਾਓ ਅਤੇ MN ਰॉय ਦੇ ਵਿੱਚ। ਚਲੋ ਕੁਐਸਚਨ ਨੰਬਰ 12, ਵਿਚ ਆਫ ਦਾ ਫੋਲੋਇੰਗ ਕੰਟਰੀ ਵਾਜ਼ ਇੰਟਰੋਡਿਊਸਡ ਡਾਇਰੈਕਟ ਡੈਮੋਕ੍ਰੇਸੀ? ਇਹਨਾਂ ਵਿੱਚੋਂ ਕਹਿੰਦੇ ਕਿਹੜੀ ਕੰਟਰੀ ਜਿਹਨੇ ਡਾਇਰੈਕਟ ਡੈਮੋਕ੍ਰੇਸੀ ਨੂੰ ਇੰਟਰੋਡਿਊਸ ਕੀਤਾ? ਸਾਡੇ ਕੋਲ ਆਪਸ਼ਨ ਹੈਗਾ ਰਸ਼ੀਆ, ਇੰਡੀਆ, ਫਰਾਂਸ ਅਤੇ ਸਵਿਟਜ਼ਰਲੈਂਡ। ਅਤੇ ਇਹਦਾ ਜਿਹੜਾ ਸਹੀ ਆਨਸਰ ਹੋਗਾ ਸਵਿਟਜ਼ਰਲੈਂਡ, ਚੌਥਾ ਆਪਸ਼ਨ ਸਾਡੇ ਕੋਲ ਸਹੀ ਆਨਸਰ ਹੈ। ਕੁਐਸਚਨ ਨੰਬਰ 13, ਹੂ ਵਾਜ਼ ਦਾ ਪ੍ਰੈਜ਼ੀਡੈਂਟ ਆਫ ਰਿਪਬਲਿਕ ਇੰਡੀਆ ਹੂ ਕੰਸਿਸਟੈਂਟਲੀ ਡਿਸਕ੍ਰਾਈਬ ਇੰਡੀਅਨ ਸੈਕੂਲਰਿਜ਼ਮ ਐਜ਼ ਸਰਵਧਰਮ ਸੰਭਵ? ਅਤੇ ਕਹਿੰਦੇ ਕਿਹੜੇ ਇੱਦਾਂ ਦੇ ਪ੍ਰੈਜ਼ੀਡੈਂਟ ਹੋਇਆ ਜਿਨ੍ਹਾਂ ਨੇ ਕਿ ਇੰਡੀਆ ਦੇ ਸੈਕੂਲਰਿਜ਼ਮ ਨੂੰ ਸਰਵਧਰਮ ਸੰਪੰਨ ਕਿਹਾ ਆ? ਆਪਸ਼ਨ ਨੰਬਰ ਫਸਟ ਸਾਡੇ ਕੋਲ ਹੈਗਾ ਡਾਕਟਰ S ਰਾਧਾ ਕ੍ਰਿਸ਼ਨ। ਆਪਸ਼ਨ ਨੰਬਰ 2 ਸਾਡੇ ਕੋਲ ਹੈ ਡਾਕਟਰ ਜ਼ਾਕਿਰ ਹੁਸੈਨ। ਆਪਸ਼ਨ ਨੰਬਰ 3 ਹੈ ਡਾਕਟਰ ਰਾਜਿੰਦਰ ਪ੍ਰਸਾਦ ਅਤੇ ਆਪਸ਼ਨ ਨੰਬਰ 4 ਹੈ ਗਿਆਨੀ ਜੈਲ ਸਿੰਘ। ਇਹਦਾ ਜੋ ਸਹੀ ਆਨਸਰ ਹੈ ਉਹ ਹੈ ਸਾਡੇ ਕੋਲ ਡਾਕਟਰ S ਰਾਧਾ ਕ੍ਰਿਸ਼ਨ। ਯਾਦ ਰੱਖਿਓ ਇਹਨਾਂ ਬਾਰੇ 2-3 ਗੱਲਾਂ ਮੈਂ ਦੱਸ ਦਿੰਦਾ ਤੁਹਾਨੂੰ। ਇੱਕ ਤਾਂ ਇਹ ਸਾਡੇ ਫਸਟ ਵਾਈਸ ਪ੍ਰੈਜ਼ੀਡੈਂਟ ਸੀਗੇ, ਹਾਂਜੀ ਵਾਈਸ ਪ੍ਰੈਜ਼ੀਡੈਂਟ। ਅਤੇ ਤੁਸੀਂ ਮੈਨੂੰ ਕਮੈਂਟ ਬਾਕਸ ਵਿੱਚ ਦੱਸੋ ਸਾਡੇ ਪਹਿਲੇ ਪ੍ਰੈਜ਼ੀਡੈਂਟ ਕੌਣ ਸੀਗੇ? ਇਹ ਸਾਡੇ ਫਸਟ ਵਾਈਸ ਪ੍ਰੈਜ਼ੀਡੈਂਟ ਆ। ਸੈਕਿੰਡ, ਇਹਨਾਂ ਦਾ ਜਨਮ ਹੋਇਆ ਸੀਗਾ 5 ਸੈਪਟੈਂਬਰ ਨੂੰ, ਅਤੇ ਇਹਨਾਂ ਦੇ ਜਨਮ ਦਿਨ 'ਤੇ ਹੀ ਅਸੀਂ ਟੀਚਰਸ ਡੇ ਵੀ ਸੈਲੀਬ੍ਰੇਟ ਕਰਦੇ ਹਾਂ। ਇਹ ਵੀ ਇੱਕ ਇੰਪੋਰਟੈਂਟ ਗੱਲ ਆ, ਤੁਸੀਂ ਯਾਦ ਰੱਖ ਸਕਦੇ ਹੋ, ਟੀਚਰਸ ਡੇ। ਠੀਕ, ਚਲੋ। ਅਤੇ ਰਾਜਿੰਦਰ ਪ੍ਰਸਾਦ ਕੌਣ ਸੀ? ਸਾਨੂੰ ਪਤਾ ਹੀ ਆ। ਜ਼ਾਕਿਰ ਹੁਸੈਨ ਦੇ ਬਾਰੇ ਥੋੜ੍ਹਾ ਜਿਹਾ ਨੋਟ ਕਰ ਲਓ। ਡਾਕਟਰ ਜ਼ਾਕਿਰ ਹੁਸੈਨ ਇੰਡੀਆ ਦੇ ਫਸਟ ਮੁਸਲਿਮ ਪ੍ਰੈਜ਼ੀਡੈਂਟ ਸੀਗੇ, ਫਸਟ ਮੁਸਲਿਮ ਪ੍ਰੈਜ਼ੀਡੈਂਟ। ਅਤੇ ਇਹ ਫਸਟ ਇੱਦਾਂ ਦੇ ਪ੍ਰੈਜ਼ੀਡੈਂਟ ਹੋਇਆ ਜਿਨ੍ਹਾਂ ਦੀ ਆਫਿਸ ਦੇ ਡਿਊਰੇਸ਼ਨ 'ਚ ਹੀ ਡੈਥ ਹੋ ਗਈ ਸੀਗੀ, ਮਤਲਬ ਆਫਿਸ ਵਿੱਚ ਹੀ ਸੀਗੇ ਇਹ, ਉਦੋਂ ਇਹਨਾਂ ਦੀ ਡੈਥ ਹੋ ਗਈ ਸੀਗੀ। ਇਹ 2-3 ਗੱਲਾਂ ਇਹਨਾਂ ਵਾਲੇ ਯਾਦ ਰੱਖਿਓ। ਫਿਰ ਸਾਡੇ ਕੋਲ ਹੈਗਾ ਕੁਐਸਚਨ ਨੰਬਰ 14, ਅਤੇ ਇਹਨਾਂ ਵਿੱਚੋਂ ਕੁਐਸਚਨ ਹੈ ਸਾਡੇ ਕੋਲ ਵਿਚ ਆਫ ਦਾ ਫੋਲੋਇੰਗ ਕੰਟਰੀ ਹੈਵ ਐਨ ਅਨਰਿਟਨ ਕੌਂਸਟੀਟਿਊਸ਼ਨ? ਕਹਿੰਦੇ ਕਿਹੜੀ ਇੱਦਾਂ ਦੀ ਕੰਟਰੀ ਹੈ ਜਿਹਦਾ ਅਨਰਿਟਨ ਕੌਂਸਟੀਟਿਊਸ਼ਨ ਹੈ? ਆਪਸ਼ਨ ਨੰਬਰ ਫਸਟ ਇਜ਼ USA, ਆਪਸ਼ਨ ਨੰਬਰ ਸੈਕਿੰਡ ਇਜ਼ UK, ਆਪਸ਼ਨ ਨੰਬਰ 3 ਇਜ਼ ਪਾਕਿਸਤਾਨ, ਆਪਸ਼ਨ ਨੰਬਰ 4 ਇਜ਼ ਇੰਡੀਆ। ਅਤੇ ਇਹਦਾ ਸਹੀ ਆਨਸਰ ਹੈ UK ਦਾ ਅਨਰਿਟਨ ਕੌਂਸਟੀਟਿਊਸ਼ਨ ਹੈ। ਇੰਡੀਆ ਦਾ ਵੀ ਰਿਟਨ ਹੈ ਅਤੇ USA ਦਾ ਵੀ ਰਿਟਨ ਹੈ, ਪਾਕਿਸਤਾਨ ਦਾ ਵੀ ਰਿਟਨ ਕੌਂਸਟੀਟਿਊਸ਼ਨ ਹੈ। ਉਸ ਤੋਂ ਬਾਅਦ ਹੈ ਕੁਐਸਚਨ ਨੰਬਰ 15, ਦਾ ਕੌਂਸਟੀਟਿਊਸ਼ਨ ਆਫ ਇੰਡੀਆ ਵਾਜ਼ ਅਡੋਪਟਡ? ਹਾਂਜੀ ਦੇਖੋ ਮੈਂ ਪਹਿਲਾਂ ਦੱਸਿਆ ਸੀਗਾ ਇਹਦੇ ਬਾਰੇ, ਉਮੀਦ ਹੈ ਤੁਹਾਨੂੰ ਇਹਦਾ ਆਨਸਰ ਪਤਾ ਹੋਊਗਾ। ਚਲੋ ਫਿਰ ਵੀ ਆਪਾਂ ਦੇਖ ਲੈਂਦੇ ਹਾਂ। ਆਪਸ਼ਨ ਨੰਬਰ ਫਸਟ ਹੈਗਾ 26 ਜਨਵਰੀ 1950, 26 ਜਨਵਰੀ 1949, 26 ਨਵੰਬਰ 1949, 31 ਦਸੰਬਰ 1949। ਅਤੇ ਜਿਹੜਾ ਦਾ ਸਹੀ ਆਨਸਰ ਹੈ ਅਡੋਪਟਡ ਕੀਤਾ ਸੀਗਾ ਨਵੰਬਰ 26 1949 ਨੂੰ ਅਡੋਪਟ। ਅਤੇ ਇਸ ਦਿਨ ਅਸੀਂ ਕੀਤਾ ਸੀਗਾ ਕਮੈਂਸਮੈਂਟ। ਦੇਖੋ ਕਮੈਂਸਮੈਂਟ ਅਤੇ ਅਡੋਪਟੇਸ਼ਨ ਦੀ ਡੇਟ ਯਾਦ ਰੱਖਿਓ। ਅਤੇ ਮੈਂ ਤੁਹਾਨੂੰ ਇਹ ਵੀ ਦੱਸਿਆ ਸੀਗਾ ਕਿ ਇਹਦੇ ਵਿੱਚ ਕਿਉਂ 2 ਮਹੀਨੇ ਦਾ ਡਿਫਰੈਂਸ ਆਇਆ ਸੀਗਾ, 2 ਮੰਥ ਡਿਫਰੈਂਸ ਕਿਉਂ ਸੀਗਾ, ਉਹ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ। ਕੁਐਸਚਨ ਨੰਬਰ 16, ਵਿਚ ਆਫ ਦਾ ਫੋਲੋਇੰਗ ਇਜ਼ ਅ ਫੀਚਰ ਟੂ ਬੋਥ ਦਾ ਇੰਡੀਅਨ ਫੈਡਰੇਸ਼ਨ ਐਂਡ ਅਮਰੀਕਨ ਫੈਡਰੇਸ਼ਨ? ਮਤਲਬ ਇਹਨਾਂ ਵਿੱਚੋਂ ਕਿਹੜਾ ਇੱਦਾਂ ਦਾ ਫੀਚਰ ਆ ਜਿਹੜਾ ਕਿ ਅਮਰੀਕਨ ਫੈਡਰੇਸ਼ਨ ਦੇ ਕੋਲ ਵੀ ਹੈ ਅਤੇ ਇੰਡੀਅਨ ਫੈਡਰੇਸ਼ਨ ਦੇ ਕੋਲ ਵੀ ਹੈ? ਸਭ ਤੋਂ ਪਹਿਲਾ ਆਪਸ਼ਨ ਹੈ ਸਿੰਗਲ ਸਿਟੀਜ਼ਨਸ਼ਿਪ, ਦੂਜਾ ਆਪਸ਼ਨ ਹੈ ਡਿਊਅਲ ਜੁਡੀਸ਼ਰੀ, ਤੀਜਾ ਆਪਸ਼ਨ ਹੈ
3 लिस्ट इन कॉन्स्टिट्यूशन एंड चौथा ऑप्शन है अ फैडरल सुप्रीम कोर्ट इन इंटरप्रेट द कॉन्स्टिट्यूशन। अ फैडरल सुप्रीम कोर्ट टू इंटरप्रेट द कॉन्स्टिट्यूशन मतलब कि इदां दा सुप्रीम कोर्ट जिहड़ा कि कॉन्स्टिट्यूशन नूं एक्सप्लेन करूगा। हाँ जी, ऑप्शन नंबर 4 ही साडा करैक्ट आंसर है। क्यों? सिंगल सिटीजनशिप, क्योंकि इंडिया विच तां सिंगल है लेकिन यूएसए विच यह ड्यूल सिटीजनशिप है। राइट, ड्यूल जुडिशरी दी इंडिया विच सिंगल जुडिशरी है, इंटीग्रेटेड जुडिशरी है, लेकिन यूएसए विच ड्यूल जुडिशरी है। 3 लिस्ट इंडिया विच 3 लिस्टां हैगियां लेकिन यूएसए विच नहीं आ। तो चौथा ऑप्शन बिल्कुल सही है, तो इसलिए साडा आंसर होगा ऑप्शन नंबर 3। तुहानूं नाल काफ़ी इन्फॉर्मेशन होर भी दे रहे हैं, तो इनू प्लीज़ नोट करते जाओ। फिर साडे कोल क्वेश्चन नंबर 17 द कॉन्स्टिट्यूशन ऑफ इंडिया डिस्क्राइब इंडिया एज। देखो जी, ये पहला भी क्वेश्चन आ चुका, रिपीट हो रहा है। ऑप्शन नंबर फर्स्ट ਇਹਦਾ ਹੈਗਾ सही आंसर, इंडिया कही आ यूनियन ऑफ स्टेट। हाँ जी, मैनू कमेंट बॉक्स में दसो कि जी इंडिया ऑफ यूनियन ऑफ स्टेट बारे गल की गई इंडिया नूं, ये किहड़े आर्टिकल दे विच आ, तुसीं आर्टिकल नंबर लिखना है, ठीक है। तो ये पूरे का पूरा सेंटेंस की आ, मैं पहलां दस के हटिया, उन्होंने प्लीज़ एक्सप्लेन करियो तो उन्होंने लिखियो कमेंट बॉक्स दे विच की है पूरा सेंटेंस। उस बाद साडे कोल क्वेश्चन नंबर 18 हू अमंग द फॉलोइंग वॉज द प्रेजिडेंट ऑफ कॉन्स्टिट्यूएंट असैंबली ऑफ इंडिया। जदों साडे कॉन्स्टिट्यूएंट असैंबली बनी आ उहदे प्रेजिडेंट कौन से? आप ये बारे भी दस चुके हैं, वैसे चलो फिर भी ऑप्शन देख लेने। डॉक्टर राजेंद्र प्रसाद, जवाहर लाल नेहरू जी, MN जिन्ना, मुहम्मद अली जिन्ना तो लाल बहादुर शास्त्री। सानू पता है कि साडे जिहड़े प्रेजिडेंट सीगे कॉन्स्टिट्यूएंट असैंबली दे वो सीगे डॉक्टर राजेंद्र प्रसाद। चलो नैक्सट क्वेश्चन है साडे कोल क्वेश्चन नंबर 19 द कन्वेंशन दैट वंस आ स्पीकर ऑलवेज आ स्पीकर इज़ फॉलोज इन। कहते जी कन्वेंशन आ कि जिहड़ा एक बार स्पीकर बन गया वो दोबारा भी वही स्पीकर रहूगा, यह किहड़ी कंट्री विच फॉलो की जाती है? ऑप्शन नंबर फर्स्ट है साडे कोल UK, ऑप्शन नंबर 2 USA, फ्रांस तो इंडिया। इसका आंसर है यूके विच यह कन्वेंशन फॉलो की जाती है। क्वेश्चन नंबर 20 इंडियन पीनल कोड केम इन टू ऑपरेशन इन विच ईयर। जिहड़ा इंडियन पीनल कोड आ जिन्होंने असीं नॉर्मली कहने IPC, कदों यह फोर्स ऑपरेशन च आया? ठीक है, तुसीं सुनिया होना IPC 1860 बनिया तो उदों सीगा, लेकिन फोर्स विच लिआंदा गया सीगा 62 दे विच, ते आंसर नंबर चौथा साडा ऑप्शन की आ करैक्ट आंसर। क्वेश्चन नंबर 21 हाउ मैनी आर्टिकल्स आर देयर इन द इंडियन कॉन्स्टिट्यूशन। साडे इंडियन कॉन्स्टिट्यूशन दे विच किन्ने आर्टिकल आ? सही आंसर है 395। थोड़ी जी मैं चीज़ां दसदा, आर्टिकल साडे कोल हैगे आ जी 395, पार्ट साडे कोल हैगे आ, किते किते तुहानूं ऑप्शन 22 भी मिलूगा और 25 भी मिलूगा। साडे कोल हैगा शेड्यूल हैगा जी 12। ओरिजिनली जदों कॉन्स्टिट्यूशन बनया सीगा 1950 ਦੇ इंप्लीमेंट किया सीगा, उदों सीगे 8, उस तो बाद 4 होर ऐड हो गए सीगे, ते एट प्रैजेंट है साडे कोले 12। ये 22 तो 25 का की चक्कर आई तुहानूं दस देवां। देखो जे तुसी एट दी लास्ट देखोगे साडे कोल 22 ही पार्ट आ, जो लास्ट वाला पार्ट होगा 23 पार्ट नहीं मिलूगा, लेकिन 25 किवें होगा? जिवें एग्जाम्पल के लिए साडे कोल एक हैगा जी पार्ट 4 तो एक हैगा पार्ट 4A, जिन्होंने मैं काउंट करा 1 2 2 हो गए, लेकिन है 4 ही आ। इस तरह काउंट करन ते 25 साडे कोले पार्ट बनते हैं, याद रखियो। चलो नैक्सट क्वेश्चन है 22 अ फैडरल स्ट्रक्चर फॉर इंडिया वॉज फस्ट पुट फॉरवर्ड बाय। जिहड़ा फैडरल स्ट्रक्चर आ इनू सब तो पहला कदों सामने लिआंदा गया, मतलब ट्राई किया गया? एक्ट 1861, एक्ट ऑफ 1909, एक्ट ऑफ 1919, एक्ट ऑफ 1935। तो इसका सही आंसर है ऑप्शन नंबर 4 एक्ट ऑफ 1935। क्वेश्चन नंबर 23 वैन वॉज आवर नैशनल एंथम फस्ट सॉन्ग एंड वेयर। कहते कदों अते कित्थे साडा नैशनल एंथम पहली बार गाया गया? बहुत इंपॉर्टेंट क्वेश्चन आ, इदां दे क्वेश्चन बन जाते होंगे एग्जाम के। चलो ऑप्शन देखते हैं असीं। 24 जनवरी 1950 इन इलाहाबाद, 24 जनवरी 1950 इन दिल्ली, 26 दिसंबर 1942 इन कलकत्ता, 27 दिसंबर 1911 इन कलकत्ता। देखो सब तो पहली बार गाया कित्थे गया? ये हैगा साडा ऑप्शन नंबर 4 1911 इन कलकत्ता। 1911 में सब तो पहली बार नैशनल एंथम नूं गाया गया सीगा।
ਤੁਸੀਂ ਨਾ ਮੈਨੂੰ ਕਮੈਂਟ ਬਾਕਸ ਵਿੱਚ ਦੱਸੋ ਕਿ ਨੈਸ਼ਨਲ ਐਂਥਮ ਲਿਖਿਆ ਕਿਹਨਾਂ ਦੇ ਦੁਆਰਾ ਗਿਆ ਸੀਗਾ, ਤੇ ਇੱਕ ਹੈਗਾ ਨੈਸ਼ਨਲ ਸੌਂਗ, ਉਹ ਕਿਹਨਾਂ ਦੁਆਰਾ ਲਿਖਿਆ ਗਿਆ। ਦੋਨਾਂ ਦੇ ਨਾਮ ਦੱਸਣੇ ਤੁਸੀਂ, ਦੋਨਾਂ ਦੇ ਰਾਈਟਰਸ ਦੇ ਨਾਮ। ਹੁਣ 24 ਜਨਵਰੀ 1950 ਇਹ ਵੀ ਇੱਕ ਇੰਪੋਰਟੈਂਟ ਡੇਟ ਆ। ਇਹ ਇੰਪੋਰਟੈਂਟ ਇਸ ਲਈ ਆ ਕਿਉਂਕਿ ਇਸ ਦਿਨ ਨੈਸ਼ਨਲ ਐਂਥਮ ਨੂੰ ਇੰਡੀਆ ਦਾ ਨੈਸ਼ਨਲ ਐਂਥਮ ਐਜ਼ ਆ ਅਡੋਪਟ ਕੀਤਾ ਗਿਆ ਸੀਗਾ, ਅਤੇ ਨੈਸ਼ਨਲ ਸੌਂਗ ਨੂੰ ਵੀ ਇਸੇ ਦਿਨ ਹੀ ਅਸੀਂ ਅਡੋਪਟ ਕੀਤਾ ਸੀਗਾ। ਠੀਕ ਹੈ ਜੀ, ਇਹ ਸਾਡੇ ਨੈਸ਼ਨਲ ਸੌਂਗ ਅਤੇ ਨੈਸ਼ਨਲ ਐਂਥਮ ਦੀ ਅਡੋਪਟੇਸ਼ਨ ਡੇਟ ਆ 24 ਜਨਵਰੀ 1950। ਲੇਕਿਨ ਇਹਨੂੰ ਸਭ ਤੋਂ ਪਹਿਲੀ ਵਾਰ ਐਂਥਮ ਨੂੰ 1911 ਦੇ ਵਿੱਚ ਗਾਇਆ ਗਿਆ ਸੀਗਾ। ਅਤੇ ਜੇ ਅਸੀਂ ਗੱਲ ਕਰੀਏ ਨੈਸ਼ਨਲ ਸੌਂਗ ਦੀ, ਇਹ 1916 ਦੇ ਵਿੱਚ, ਇਹ ਵੀ ਕਲਕੱਤਾ 'ਚ ਸੈਸ਼ਨ ਹੋਇਆ ਸੀਗਾ ਕਾਂਗਰਸ ਦਾ, ਉੱਥੇ ਪਹਿਲੀ ਵਾਰ ਗਾਇਆ ਗਿਆ ਸੀਗਾ ਸੌਂਗ। ਠੀਕ, ਚਲੋ 24 ਨੰਬਰ ਕੁਐਸਚਨ ਦੇਖਦੇ ਹਾਂ। ਦ ਕੌਂਸਟੀਟਿਊਸ਼ਨ ਆਫ ਇੰਡੀਆ ਕੇਮ ਇਨਟੂ ਫੋਰਸ ਔਨ, ਕਦੋਂ ਫੋਰਸ ਦੇ ਵਿੱਚ ਆਇਆ ਸੀਗਾ? 2-3 ਵਾਰ ਆਪਾਂ ਦੱਸ ਚੁੱਕੇ ਹਾਂ, ਤੁਹਾਨੂੰ ਪਤਾ ਹੀ ਹੋਣਾ ਆ। ਆਪਸ਼ਨ ਨੰਬਰ ਪਹਿਲਾ ਸਾਡੇ ਕੋਲ ਹੈਗਾ 26 ਜਨਵਰੀ 1950। ਕੁਐਸਚਨ ਨੰਬਰ 25, ਦ ਟਰਮ ਕਾਸਟ ਵਾਜ਼ ਡਰਾਈਵਡ ਫਰੋਮ, ਜਿਹੜੀ ਕਾਸਟ ਟਰਮ ਹੈ ਕਿੱਥੋਂ ਅਸੀਂ ਡਰਾਈਵ ਕੀਤੀ ਹੈ? ਆਪਸ਼ਨ ਨੰਬਰ ਫਸਟ ਹੈਗਾ ਪੋਰਤੂਗੀਜ਼, ਡੱਚ, ਜਰਮਨ, ਇੰਗਲਿਸ਼, ਅਤੇ ਜੋ ਇਹਦਾ ਸਹੀ ਆਨਸਰ ਹੈ ਉਹ ਹੈ ਪੋਰਤੂਗੀਜ਼। 26 ਨੰਬਰ ਕੁਐਸਚਨ, ਦ ਟਰਮ ਗ੍ਰੇਟ ਇੰਡੀਆ ਡਿਨੋਟਸ, ਜਿਹੜਾ ਗ੍ਰੇਟ ਇੰਡੀਆ ਕਹਿੰਦੇ ਇਹ ਕਿਹਨੂੰ ਡਿਨੋਟ ਕਰ ਰਿਹਾ? ਪੋਲੀਟੀਕਲ ਯੂਨਿਟੀ ਨੂੰ, ਕਲਚਰਲ ਯੂਨਿਟੀ ਨੂੰ, ਰਿਲੀਜੀਅਸ ਯੂਨਿਟੀ ਅਤੇ ਸੋਸ਼ਲ ਯੂਨਿਟੀ। ਜਿਵੇਂ ਸਾਨੂੰ ਪਤਾ ਕਿ ਸਾਡਾ ਇੰਡੀਆ ਮਹਾਨ ਆ, ਉਹ ਇਸ ਕਰਕੇ ਮਹਾਨ ਆ ਕਿਉਂਕਿ ਇੱਥੇ ਡਾਇਵਰਸਿਟੀ 'ਚ ਹੀ ਯੂਨਿਟੀ ਆ। ਬਹੁਤ ਜ਼ਿਆਦਾ ਡਾਇਵਰਸ ਕੰਟਰੀ ਆ, ਲੇਕਿਨ ਬਹੁਤ ਜ਼ਿਆਦਾ ਯੂਨਿਟੀ ਵੀ ਆ। ਤਾਂ ਇਟ ਮੀਨਸ ਸਾਡੇ ਜਿਹੜੇ ਕਲਚਰ ਦੀ ਯੂਨਿਟੀ ਆ ਉਹਦਾ ਹੀ ਕਾਰਨ ਆ ਕਿ ਅਸੀਂ ਇਹਨੂੰ ਗ੍ਰੇਟ ਇੰਡੀਆ ਕਹਿੰਦੇ ਹਾਂ। ਕੁਐਸਚਨ 27, ਦ ਟੂ ਫਾਰਮ ਆਫ ਡੈਮੋਕ੍ਰੇਸੀ ਆਰ, ਦੋ ਤਰ੍ਹਾਂ ਦੀ ਡੈਮੋਕ੍ਰੇਸੀ ਕਹਿੰਦੇ ਕਿਹੜੀ ਕਿਹੜੀ ਹੁੰਦੀ ਹੈ? ਆਪਸ਼ਨ ਨੰਬਰ ਫਸਟ ਹੈਗਾ ਪਾਰਲੀਮੈਂਟਰੀ ਡੈਮੋਕ੍ਰੇਸੀ ਅਤੇ ਪ੍ਰੈਜ਼ੀਡੈਂਸ਼ੀਅਲ ਡੈਮੋਕ੍ਰੇਸੀ। ਆਪਸ਼ਨ ਨੰਬਰ 2 ਹੈ ਡਾਇਰੈਕਟ ਐਂਡ ਇਨਡਾਇਰੈਕਟ ਡੈਮੋਕ੍ਰੇਸੀ। ਆਪਸ਼ਨ ਨੰਬਰ 3 ਹੈਗਾ ਮੋਨਾਰਕੀਅਲ ਐਂਡ ਰਿਪਬਲਿਕਨ ਡੈਮੋਕ੍ਰੇਸੀ। ਆਪਸ਼ਨ ਨੰਬਰ 4 ਹੈ ਪਾਰਲੀਮੈਂਟਰੀ ਐਂਡ ਕਿੰਗ। ਅਤੇ ਜਿਹੜਾ ਇਹਦਾ ਸਹੀ ਆਨਸਰ ਹੈ ਉਹ ਹੈ ਪਾਰਲੀਮੈਂਟਰੀ ਐਂਡ ਪ੍ਰੈਜ਼ੀਡੈਂਸ਼ੀਅਲ ਡੈਮੋਕ੍ਰੇਸੀ। ਕੁਐਸਚਨ ਨੰਬਰ 28, ਦ ਕੌਂਸਟੀਟਿਊਸ਼ਨ ਆਫ ਇੰਡੀਆ ਕੰਟੇਨ, ਕਹਿੰਦੇ ਕੌਂਸਟੀਟਿਊਸ਼ਨ ਆਫ ਇੰਡੀਆ ਦੇ ਵਿੱਚ ਟੋਟਲ ਕਿੰਨੇ ਆਰਟੀਕਲਸ ਦੇ ਬਾਰੇ ਗੱਲ ਹੋ ਰਹੀ ਆ? 340, 395, 400, 404। ਇਸ ਦਾ ਆਨਸਰ ਮੈਂ ਨਹੀਂ ਦਊਂਗਾ, ਇਸ ਦਾ ਆਨਸਰ ਤੁਸੀਂ ਕਮੈਂਟ ਬਾਕਸ ਵਿੱਚ ਦੱਸਣਾ ਹੈ ਕਿਉਂਕਿ ਇਹਦੇ ਬਾਰੇ ਮੈਂ ਪਹਿਲਾਂ ਡਿਸਕਸ ਕਰ ਚੁੱਕਾ। ਅਤੇ ਜੇ ਨਹੀਂ ਪਤਾ ਤਾਂ ਇੱਕ ਵਾਰ ਦੁਬਾਰਾ ਲੈਕਚਰ ਦੇਖੋ ਅਤੇ ਇਹਦਾ ਆਨਸਰ ਲੱਭੋ, ਬਹੁਤ ਇੰਪੋਰਟੈਂਟ ਆ। ਕੁਐਸਚਨ ਨੰਬਰ 29, which was described by Dr. B.R. ਅੰਬੇਦਕਰ as heart and soul of the constitution। ਕਿਹਨੂੰ ਹਾਰਟ ਐਂਡ ਸੋਲ ਆਫ ਕੌਂਸਟੀਟਿਊਸ਼ਨ ਕਿਹਾ ਗਿਆ ਡਾਕਟਰ B.R. ਅੰਬੇਦਕਰ ਜੀ ਦੇ ਦੁਆਰਾ? ਆਪਸ਼ਨ ਨੰਬਰ ਫਸਟ ਹੈ ਰਾਈਟ ਟੂ ਇਕੁਐਲਿਟੀ। ਆਪਸ਼ਨ ਨੰਬਰ 2 ਹੈ ਰਾਈਟ ਅਗੇਂਸਟ ਐਕਸਪਲੋਟੇਸ਼ਨ। ਆਪਸ਼ਨ ਨੰਬਰ 3 ਹੈ ਰਾਈਟ ਟੂ ਕੌਂਸਟੀਟਿਊਸ਼ਨਲ ਰੈਮੇਡੀਜ਼। ਆਪਸ਼ਨ ਨੰਬਰ 4 ਹੈ ਰਾਈਟ ਟੂ ਫਰੀਡਮ ਆਫ ਰਿਲੀਜਨ। ਇਹਦਾ ਸਹੀ ਆਨਸਰ ਹੈ ਆਪਸ਼ਨ ਨੰਬਰ 3 ਰਾਈਟ ਟੂ ਕੌਂਸਟੀਟਿਊਸ਼ਨਲ ਰੈਮੇਡੀਜ਼। ਇਹ ਆਉਂਦਾ ਆਰਟੀਕਲ 32 ਦੇ ਅੰਡਰ, ਫੰਡਾਮੈਂਟਲ ਰਾਈਟਸ। ਅਤੇ ਜਿਹੜੇ ਫੰਡਾਮੈਂਟਲ ਰਾਈਟਸ ਆ ਉਹ ਪਾਰਟ 3 ਦੇ ਅੰਡਰ ਆਉਂਦੇ ਆ। ਅਤੇ ਇਹਨਾਂ ਦੇ ਜਿਹੜੇ ਆਰਟੀਕਲ ਹੈਗੇ ਆ 12 ਤੋਂ ਲੈ ਕੇ 35 ਤੱਕ। ਠੀਕ ਆ, ਇੰਨੀ ਕੁ ਇਨਫੋਰਮੇਸ਼ਨ ਆ। ਹਾਂਜੀ, ਬਸ ਤੁਸੀਂ ਇਹ ਮੈਨੂੰ ਦੱਸ ਦਿਓ ਕਮੈਂਟ ਬਾਕਸ ਦੇ ਵਿੱਚ ਕਿ ਜਿਹੜੇ ਫੰਡਾਮੈਂਟਲ ਰਾਈਟ ਆ ਕਿਸ ਕੰਟਰੀ ਤੋਂ ਅਸੀਂ ਅਡੋਪਟ ਕੀਤੇ ਆ, ਕਿਸ ਕੰਟਰੀ ਤੋਂ ਅਸੀਂ ਅਡੋਪਟ ਕੀਤੇ ਆ, ਇਹ ਮੈਂ ਦੱਸ ਚੁੱਕਾ ਆਲਰੇਡੀ, ਅਤੇ ਇਹਨੂੰ ਕਮੈਂਟ ਬਾਕਸ ਵਿੱਚ ਜ਼ਰੂਰ ਆਨਸਰ ਕਰਿਓ। ਕੁਐਸਚਨ ਨੰਬਰ 30, ਇਨ ਇੰਡੀਆ ਦ ਕੰਸੈਪਟ ਆਫ ਸਿੰਗਲ ਸਿਟੀਜ਼ਨਸ਼ਿਪ ਇਜ਼ ਅਡੋਪਟਡ ਫਰੋਮ, ਕਿਹੜੀ ਕੰਟਰੀ ਤੋਂ ਅਸੀਂ ਸਿੰਗਲ ਸਿਟੀਜ਼ਨਸ਼ਿਪ ਲਈ ਆ? ਇੰਗਲੈਂਡ, USA, ਕੈਨੇਡਾ, ਫਰਾਂਸ। ਦੇਖੋ USA ਵਿੱਚ ਮੈਂ ਦੱਸਿਆ ਸੀਗਾ ਡਿਊਲ ਸਿਟੀਜ਼ਨਸ਼ਿਪ ਆ, ਅਤੇ ਅਸੀਂ ਜੋ ਮੈਕਸੀਮਮ ਚੀਜ਼ਾਂ ਉਹ ਇੰਗਲੈਂਡ ਤੋਂ ਹੀ ਬੋਰੋ ਕੀਤੀਆਂ, ਅਤੇ ਸਾਡਾ ਸਹੀ ਆਨਸਰ ਹੈਗਾ ਆਪਸ਼ਨ ਨੰਬਰ ਫਸਟ ਇੰਗਲੈਂਡ। ਅਤੇ ਇਹ ਸੀਗਾ ਜੀ ਅੱਜ ਦਾ ਲੈਕਚਰ। ਉਮੀਦ ਹੈ ਜੇ ਤੁਸੀਂ ਇੱਥੋਂ ਤੱਕ ਪਹੁੰਚੇ ਹੋ ਤਾਂ ਮਤਲਬ ਤੁਸੀਂ ਸਾਰਾ ਲੈਕਚਰ ਜ਼ਰੂਰ ਦੇਖਿਆ ਆ। ਅਤੇ ਜੇ ਲੈਕਚਰ ਪਸੰਦ ਆਇਆ ਤਾਂ ਵੀਡੀਓ ਨੂੰ ਲਾਈਕ ਕਰੋ, ਕਮੈਂਟ ਕਰੋ ਅਤੇ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਜ਼ਰੂਰ ਕਰ ਦਿਓ। ਹਾਂਜੀ, ਜੇ ਤੁਸੀਂ ਨਵੇਂ ਹੋ ਚੈਨਲ 'ਤੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਆਪਣੇ ਹੋਰ ਦੋਸਤਾਂ ਮਿੱਤਰਾਂ ਤੱਕ ਇਸ ਚੈਨਲ ਨੂੰ ਪਹੁੰਚਦਾ ਕਰੋ ਤਾਂ ਕਿ ਇੱਦਾਂ ਦੇ ਹੋਰ ਜਿਹੜੇ ਪੇਪਰ ਪੰਜਾਬ ਦੇ ਆ ਰਹੇ ਆ ਉਹਨਾਂ ਦੀ ਫ੍ਰੀ ਤਿਆਰੀ ਦੇ ਲਈ ਤੁਸੀਂ ਮੇਰੇ ਚੈਨਲ ਤੋਂ ਵੀਡੀਓ ਦੇਖ ਸਕੋ। ਥੈਂਕ ਯੂ, ਹੈਵ ਅ ਗੁੱਡ ਡੇ।